ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਕਾਸ਼ੀ ਦੀਆਂ ਸੰਗਤਾਂ ਨੂੰ ਖੁਸ਼ੀਆਂ ਬਖਸ਼ ਕੇ ਆਪ ਜੀ ਪ੍ਰਯਾਗਰਾਜ ਆਦਿ ਤੀਰਥਾਂ ਤੋਂ ਹੁੰਦੇ ਹੋਏ ਅਤੇ ਸਤ ਧਰਮ ਦਾ ਉਪਦੇਸ਼ ਦਿੰਦੇ ਹੋਏ ਪਹਿਲਾਂ ਅਯੁੱਧਿਆ ਪਹੁੰਚੇ। ਅਯੁੱਧਿਆ ਦੇ ਲੋਕਾਂ ਨੇ ਆਪ ਜੀ ਨੂੰ ਸ੍ਰੀ ਰਾਮਚੰਦਰ ਜੀ ਦੀ ਵੰਸ਼ ਵਿੱਚੋਂ ਹੋਣ ਕਰਕੇ ਬਹੁਤ ਸਨਮਾਨ ਕੀਤਾ, ਸੇਵਾ ਕੀਤੀ ਅਤੇ ਖੁਸ਼ੀਆਂ ਲਈਆਂ। ਅਯੁੱਧਿਆ ਤੋਂ ਚੱਲ ਕੇ ਆਪ ਜੀ ਹਰਿਦੁਆਰ ਮਈਆਪੁਰੀ ਆ ਗਏ। ਕੁਛ ਦਿਨ ਇੱਥੇ ਵਿਸ਼ਰਾਮ ਕਰਕੇ ਸਹਾਰਨਪੁਰ ਤੋਂ ਜਮਨਾ ਨਦੀ ਨੂੰ ਪਾਰ ਕਰਕੇ ਅੰਬਾਲੇ ਪਾਸ ਲਖਨੌਰ ਪਿੰਡ ਆਪਣੇ ਇੱਕ ਸਿੱਖ ਭਾਈ ਜੇਠ ਜੀ ਪਾਸ ਵਿਰਾਜੇ ਸਨ। ਇੱਥੇ ਇੱਕ ਦਿਨ ਗੁਰੂ ਜੀ ਬਾਲਕਾਂ ਨਾਲ ਖੇਡ ਰਹੇ ਸਨ ਕਿ ਪੀਰ ਭੀਖਣ ਸ਼ਾਹ ਪਾਲਕੀ ਵਿੱਚ ਬੈਠ ਕੇ ਅੱਗੇ ਜਾ ਰਿਹਾ ਸੀ। ਜਦ ਉਸ ਨੂੰ ਪਤਾ ਲੱਗਾ ਕਿ ਇਹਨਾਂ ਬਾਲਕਾਂ ਵਿੱਚ ਸਾਹਿਬਜ਼ਾਦਾ ਜੀ ਖੇਡ ਰਹੇ ਹਨ, ਤਾਂ ਪੀਰ ਜੀ ਨੇ ਪਾਲਕੀ ਵਿੱਚੋਂ ਉਤਰ ਕੇ ਆਪ ਜੀ ਨੂੰ ਸਜਦਾ ਕੀਤਾ ਅਤੇ ਦੁਆ ਮੰਗੀ। ਇਹ ਗੱਲ ਵੇਖ ਕੇ ਭੀਖਣ ਸ਼ਾਹ ਦੇ ਇੱਕ ਸਾਥੀ ਪੀਰ ਆਫਰਦੀਨ ਨੇ ਕਿਹਾ, ਪੀਰ ਜੀ, ਤੁਸੀਂ ਸ਼ਰਅ ਦੇ ਵਿਰੁੱਧ ਇੱਕ ਹਿੰਦੂ ਨੂੰ ਸਜਦਾ ਕਿਉਂ ਕੀਤਾ ਹੈ? ਭੀਖਣ ਸ਼ਾਹ ਜੀ ਨੇ ਕਿਹਾ, ਤੁਸੀਂ ਨਹੀਂ ਜਾਣਦੇ ਇਹ ਕੌਣ ਹਨ। ਜਦ ਸਾਰੇ ਪੀਰ ਪੈਗੰਬਰ ਦਰਗਾਹ ਵਿੱਚ ਜਾਂਦੇ ਹਨ ਤਾਂ ਇਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਵਾਲੇ ਦਰਗਾਹ ਦੇ ਦਰਵਾਜ਼ੇ ਵਿੱਚ ਖੜੇ ਹੁੰਦੇ ਹਨ। ਸਭ ਦੀ ਗੱਲ ਸੁਣ ਕੇ ਉਸ ਨੂੰ ਦਰਗਾਹ ਵਿੱਚ ਖੁਦਾ ਦੇ ਹੁਕਮ ਨਾਲ ਪ੍ਰਵੇਸ਼ ਕਰਾਉਂਦੇ ਹਨ। ਇਹ ਜਾਮਾ ਰੂਪ ਧਰਮ ਦੇ ਸੁਧਾਰ ਅਤੇ ਜ਼ੋਰ ਜ਼ੁਲਮ ਦਾ ਨਾਸ਼ ਕਰਨ ਵਾਸਤੇ ਆਇਆ ਹੈ। ਸਭ ਪੀਰ ਪੈਗੰਬਰਾਂ ਨੂੰ ਇਹਨਾਂ ਨਾਲ ਕੰਮ ਪੈਂਦਾ ਹੈ। ਮੈਂ ਇਸ ਕਰਕੇ ਇਹਨਾਂ ਨੂੰ ਸਜਦਾ ਕੀਤਾ ਹੈ। ਲਖਨੌਰ ਵਿੱਚ ਜਦ ਕੁਝ ਸਮਾਂ ਬੀਤ ਗਿਆ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪ ਜੀ ਨੂੰ ਅਨੰਦਪੁਰ ਬੁਲਾ ਲਿਆ। ਮਾਮਾ ਕਿਰਪਾਲ ਜੀ, ਵੱਡੀ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਨਾਲ ਆਪ ਜੀ ਅਨੰਦਪੁਰ ਪਹੁੰਚ ਗਏ। ਸਾਹਿਬਜ਼ਾਦੇ ਦਾ ਆਉਣਾ ਸੁਣ ਕੇ ਸਭ ਸੰਗਤਾਂ ਸਿੱਖ ਸੇਵਕ ਹਮ ਹਮਾ ਕੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸੰਗਤਾਂ ਵਾਸਤੇ ਬਹੁਤ ਲੰਗਰ ਲਗਾ ਦਿੱਤੇ। ਅਨੰਦਪੁਰ ਵਿੱਚ ਦੀਪਮਾਲਾ ਕੀਤੀ ਗਈ ਅਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਕਰਕੇ ਖੁੱਲੇ ਗੱਫੇ ਵਰਤਾਏ ਗਏ। ਘਰ ਘਰ ਖੁਸ਼ੀਆਂ ਮਨਾਈਆਂ ਗਈਆਂ। ਸਾਹਿਬਜ਼ਾਦੇ ਦਾ ਆਉਣਾ ਸੁਣ ਕੇ ਦੂਰ ਨੇੜੇ ਦੀਆਂ ਸੰਗਤਾਂ ਬੜੇ ਪ੍ਰੇਮ ਨਾਲ ਭੇਟਾ ਲੈ ਕੇ ਦਰਸ਼ਨ ਕਰਨ ਆਉਂਦੀਆਂ ਅਤੇ ਆਪ ਜੀ ਦਾ ਸੁੰਦਰ ਸਰੂਪ ਵੇਖ ਕੇ ਸਲਾਘਾ ਕਰਦੀਆਂ। ਅਨੰਦਪੁਰ ਦਿਨ ਪ੍ਰਤੀ ਦਿਨ ਮੇਲਾ ਲੱਗਦਾ ਰਹਿੰਦਾ। ਪਟਨੇ ਤੋਂ ਪੰਜਾਬ ਅਨੰਦਪੁਰ ਸੱਦ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਹੋਣਹਾਰ ਸੁਪੁੱਤਰ ਗੋਬਿੰਦ ਰਾਏ ਨੂੰ ਘੋੜ ਸਵਾਰੀ, ਤੀਰ ਕਮਾਨ, ਬੰਦੂਕ ਚਲਾਉਣੀ, ਕਈ ਪ੍ਰਕਾਰ ਦੀਆਂ ਸਿੱਖਿਆ ਸਿਖਲਾਈ ਦਾ ਪ੍ਰਬੰਧ ਕਰ ਦਿੱਤਾ ਅਤੇ ਬਾਲਕਾਂ ਨਾਲ ਵਾਰ ਖੇਡਣ ਸਮੇਂ ਮਾਮਾ ਕਿਰਪਾਲ ਜੀ ਨੂੰ ਆਪ ਜੀ ਦੀ ਨਿਗਰਾਨੀ ਕਰਨ ਵਾਸਤੇ ਨਿਯੁਕਤ ਕਰ ਦਿੱਤਾ। ਇਸ਼ਨਾਨ ਪਾਣੀ ਅਤੇ ਵਸਤਰਾਂ ਦੀ ਸਫਾਈ ਵਾਸਤੇ ਮਾਤਾ ਜੀ ਦੀ ਨਿਗਰਾਨੀ ਹੇਠ ਸਿਆਣੀਆਂ ਇਸਤਰੀਆਂ ਦਾ ਪ੍ਰਬੰਧ ਕਰ ਦਿੱਤਾ। ਇਸ ਤਰ੍ਹਾਂ ਆਪ ਜੀ ਪਿਤਾ ਗੁਰੂ ਜੀ ਦੇ ਕੀਤੇ ਹੋਏ ਪ੍ਰਬੰਧ ਅਨੁਸਾਰ ਸਭ ਕੁਝ ਸਿੱਖਿਆ ਲੈਂਦੇ ਰਹੇ। ਔਰੰਗਜ਼ੇਬ ਦੀ ਕੈਦ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਅੰਤ ਸਮਾਂ ਨੇੜੇ ਜਾਣ ਕੇ 5 ਪੈਸੇ ਅਤੇ ਨਾਰੀਅਲ ਇੱਕ ਸਿੱਖ ਦੇ ਹੱਥ ਅਨੰਦਪੁਰ ਭੇਜ ਕੇ ਗੁਰਤਾ ਗੱਦੀ ਆਪਣੇ ਸਾਹਿਬਜ਼ਾਦੇ ਸ੍ਰੀ ਗੋਬਿੰਦ ਸਿੰਘ ਜੀ ਨੂੰ ਦੇ ਦਿੱਤੀ ਸੀ। ਪਰੰਤੂ ਗੁਰਗੱਦੀ ਉੱਤੇ ਬੈਠਣ ਦੀ ਪੂਰੀ ਮਰਜ਼ਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅੰਤਿਮ ਸੰਸਕਾਰ ਕਰਨ ਉਪਰੰਤ ਮੱਘਰ ਮਹੀਨੇ ਨੂੰ ਕੀਤੀ ਗਈ। ਇਸ ਸਮੇਂ ਬਾਬਾ ਬੁੱਢਾ ਜੀ ਤੋਂ 5ਵੀਂ ਪੀੜ੍ਹੀ ਉਹਨਾਂ ਦੇ ਪਾੜ ਪੜੋਤੇ ਬਾਬਾ ਰਾਮ ਕੁਇਰ, ਬਾਬਾ ਗੁਰਬਖਸ਼ ਸਿੰਘ ਜੀ ਨੇ ਆਪ ਜੀ ਨੂੰ ਗੁਰਗੱਦੀ ਦਾ ਤਿਲਕ ਲਾ ਕੇ ਗੁਰਿਆਈ ਦੀ ਮਰਜ਼ਾਦਾ ਸਪੂਰਨ ਕੀਤੀ। ਉਪਰੰਤ ਸੰਗਤਾਂ ਨੇ ਆਪੋ ਆਪਣੀਆਂ ਭੇਟਾਂ ਅਰਪਣ ਕਰਕੇ ਨਮਸਕਾਰਾਂ ਕੀਤੀਆਂ। ਆਪ ਜੀ ਨੇ ਗੁਰਗੱਦੀ ਉੱਤੇ ਬੈਠ ਕੇ ਆਪਣੇ ਬਾਬੇ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਤਰ੍ਹਾਂ ਮੀਰੀ ਅਤੇ ਪੀਰੀ ਦੋਹਾਂ ਕੰਮਾਂ ਨੂੰ ਅਪਣਾ ਲਿਆ। ਚੰਗੇ ਯੋਧੇ, ਸ਼ਸਤਰ ਅਤੇ ਘੋੜੇ ਆਪਣੇ ਪਾਸ ਇਕੱਠੇ ਕਰਨੇ ਆਰੰਭ ਕਰ ਦਿੱਤੇ।
ਬੀਬੀ ਵੀਰੋ ਦੇ 5 ਪੁੱਤਰ, ਬਾਬਾ ਸੂਰਜਮਲ ਜੀ ਦੇ 2 ਪੋਤਰੇ ਅਤੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ 72 ਪੁੱਤਰ ਦਇਆਨੰਦ ਆਦਿਕ ਯੋਧੇ ਸਤਿਗੁਰ ਜੀ ਪਾਸ ਅਨੰਦਪੁਰ ਹੀ ਰਹਿਣ ਲੱਗੇ। ਸਤਿਗੁਰ ਜੀ ਇਹਨਾਂ ਨਾਲ ਮਿਲ ਕੇ ਨਿਤਾ ਪ੍ਰਤੀ ਸ਼ਸਤਰ ਵਿਦਿਆ ਦਾ ਅਤੇ ਘੋੜੇ ਦੀ ਸਵਾਰੀ ਦਾ ਅਭਿਆਸ ਕਰਦੇ ਰਹਿੰਦੇ। ਇਸ ਅਭਿਆਸ ਵਾਸਤੇ ਆਪ ਜੀ ਜੰਗਲ ਵਿੱਚ ਸ਼ਿਕਾਰ ਖੇਡਣ ਜਾਂਦੇ ਅਤੇ ਦਾਵ ਕਾਵ ਨਾਲ ਜਾਨਵਰਾਂ ਉੱਤੇ ਸ਼ਸਤਰ ਚਲਾਉਣ ਦਾ ਅਭਿਆਸ ਕਰਦੇ। ਇਸ ਦੇ ਨਾਲ ਹੀ ਆਪ ਜੀ ਗੁਰੂ ਘਰ ਦੀ ਮਰਜ਼ਾਦਾ ਅਨੁਸਾਰ ਸਿੱਖ ਸੇਵਕਾਂ ਨੂੰ ਸਤਨਾਮ ਦੇ ਉਪਦੇਸ਼ ਦੁਆਰਾ ਨਿਹਾਲ ਵੀ ਕਰਦੇ। ਵਿਸਾਖੀ ਦੇ ਸਮੇਂ ਜਦ ਦੇਸ਼ ਪ੍ਰਦੇਸ਼ ਤੋਂ ਸਤਿਗੁਰੂ ਜੀ ਦੇ ਦਰਸ਼ਨ ਵਾਸਤੇ ਸੰਗਤਾਂ ਆਈਆਂ ਤਾਂ ਲਾਹੌਰ ਦੀ ਸੰਗਤ ਵਿੱਚੋਂ ਇੱਕ ਸੁਵਿੱਖੀ ਖੱਤਰੀ ਜਿਸ ਦਾ ਨਾਮ ਹਰਜਸ ਸੀ, ਉਸਨੇ ਆਪਣੀ ਲੜਕੀ ਜੀਤੋ ਦਾ ਰਿਸ਼ਤਾ ਗੁਰੂ ਜੀ ਨਾਲ ਕਰ ਦਿੱਤਾ। ਵਿਆਹ ਦਾ ਦਿਨ ਹਾੜ ਮਹੀਨੇ ਵਿੱਚ ਨਿਯਤ ਕਰਕੇ ਗੁਰੂ ਜੀ ਨੇ ਦੇਸ਼ ਦੇ ਵਿਗੜੇ ਹੋਏ ਹਾਲਾਤ ਨੂੰ ਮੁੱਖ ਰੱਖ ਕੇ ਅਨੰਦਪੁਰ ਤੋਂ ਮੀਲ ਉੱਤਰ ਦਿਸ਼ਾ ਪਹਾੜ ਵਿੱਚ ਇੱਕ ਸੁੰਦਰ ਸ਼ਹਿਰ ਰਚ ਕੇ ਉਸ ਵਿੱਚ ਸੁਵਿੱਖੀ ਦੇ ਪਰਿਵਾਰ ਨੂੰ ਨਿਵਾਸ ਕਰਕੇ ਹਾੜ ਮਹੀਨੇ ਨੂੰ ਆਪਣੇ ਵਿਆਹ ਦੀ ਮਰਜ਼ਾਦਾ ਨੂੰ ਪੂਰਨ ਕੀਤਾ। ਅੱਜ ਕੱਲ ਇਹ ਅਸਥਾਨ ਗੁਰੂ ਕਾ ਲਾਹੌਰ ਨਾਮ ਕਰਕੇ ਪ੍ਰਸਿੱਧ ਹੈ। ਇਸ ਅਸਥਾਨ ਦੇ ਪਾਸ ਹੀ ਪਾਣੀ ਦਾ ਇੱਕ ਸੋਮਾ ਚੱਲ ਰਿਹਾ ਹੈ, ਜਿਹੜਾ ਗੁਰੂ ਜੀ ਨੇ ਘੋੜੇ ਦੇ ਚੜੇ ਚੜਾਏ ਹੀ ਪ੍ਰਿਥਵੀ ਵਿੱਚ ਵਰਸ਼ਾ ਮਾਰ ਕੇ ਕੱਢਿਆ ਸੀ। ਇਸ ਸੋਮੇ ਦੇ ਨਾਲ ਹੀ ਗੁਰੂ ਜੀ ਨੇ 2 ਵਾਰ ਫੇਰ ਵਰਸ਼ਾ ਮਾਰ ਕੇ 2 ਹੋਰ ਸੋਮੇ ਕੱਢੇ ਸਨ, ਜੋ ਅੱਜ ਕੱਲ ਗੁਰੂ ਜੀ ਕੀ ਤਰਵੇਣੀ ਕਰਕੇ ਪ੍ਰਸਿੱਧ ਹਨ। ਅੰਮ੍ਰਿਤ ਵੇਲੇ ਉੱਠ ਕੇ ਗੁਰੂ ਜੀ ਸੋਚ ਇਸ਼ਨਾਨ ਕਰਕੇ ਅੰਤਰ ਧਿਆਨ ਹੋ ਕੇ ਬੈਠ ਜਾਂਦੇ। ਦਿਨ ਚੜੇ ਦੀਵਾਨ ਸਜਦਾ, ਜਿਸ ਭੋਗ ਉਪਰੰਤ ਸੰਗਤਾਂ ਨੂੰ ਗੁਰਮਤਿ ਦਾ ਉਪਦੇਸ਼ ਦਿੰਦੇ ਅਤੇ ਸ਼ੰਕੇ ਨਿਵਰਤ ਕਰਕੇ ਸਮਾਰਗ ਬਖਸ਼ਦੇ। ਉਪਰੰਤ ਲੰਗਰ ਤਿਆਰ ਹੋਣ ਸਮੇਂ ਪ੍ਰਸ਼ਾਦ ਛਕ ਕੇ ਆਪਣੇ ਮਹਿਲਾਂ ਵਿੱਚ ਜਾ ਵਿਰਾਜੇ। ਪਿਛਲੇ ਪਹਿਰ ਆਪ ਜੀ ਸ਼ਸਤਰ ਵਿਦਿਆ ਦਾ ਅਭਿਆਸ ਆਪ ਕਰਦੇ ਅਤੇ ਆਪਣੇ ਯੋਧਿਆਂ ਨੂੰ ਕਰਾਉਂਦੇ। ਵਾਰ ਜੰਗਲ ਵਿੱਚ ਜਾ ਕੇ ਨਿਸ਼ਾਨੇਬਾਜ਼ੀ ਕਰਨੀ, ਘੋੜੇ ਦੜਾਉਣੇ ਅਤੇ ਤੀਰ ਚਲਾਉਣੇ। ਕਾਰੀਗਰਾਂ ਪਾਸੋਂ ਬੜੇ ਤਿੱਖੇ ਤੀਰ, ਤਲਵਾਰਾਂ ਦੇ ਵਰਛੇ ਕਟਾਰਾਂ ਤਿਆਰ ਕਰਾਉਂਦੇ ਰਹਿੰਦੇ। ਕਈ ਸਿੱਖ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਵਧੀਆ ਹਥਿਆਰ ਅਤੇ ਚੰਗੇ ਘੋੜੇ ਲਿਆ ਕੇ ਆਪ ਜੀ ਦੀ ਭੇਟਾ ਕਰਦੇ। ਆਪਣੇ ਯੋਧਿਆਂ ਨਾਲ ਜੰਗਲ ਵਿੱਚ ਜਾ ਕੇ ਸ਼ਿਕਾਰ ਖੇਡਣਾ, ਘੋੜੇ ਦੜਾਉਣੇ, ਤੀਰਦਾਜੀ ਅਤੇ ਬੰਦੂਕ ਦੀ ਨਿਸ਼ਾਨੇਬਾਜ਼ੀ ਕਰਨੀ, ਢਾਲ ਤਲਵਾਰ ਦਾ ਵਰਤਣਾ ਆਪ ਜੀ ਦਾ ਯੁੱਧ ਅਭਿਆਸ ਦਾ ਨਿਤ ਕਰਮ ਸੀ। ਆਪਣੇ ਯੋਧਿਆਂ ਦੀ ਸ਼ਿਕਾਰ ਚੜ੍ਹਨ ਦੀ ਤਿਆਰੀ ਵਾਸਤੇ ਆਪ ਜੀ ਨੇ ਇੱਕ ਵੱਡਾ ਨਗਾਰਾ ਵੀ ਤਿਆਰ ਕਰਵਾਇਆ, ਜਿਸ ਦਾ ਨਾਮ ਰਣਜੀਤ ਨਗਾਰਾ ਰੱਖਿਆ। ਕਾਬਲ ਵਿੱਚ ਗੁਰੂ ਘਰ ਇੱਕ ਦੁਨੀ ਚੰਦ ਨਾਮ ਦਾ ਮਸੰਦ ਰਹਿੰਦਾ ਸੀ। ਉਹ ਗੁਰੂ ਘਰ ਦੀ ਦਸਵੰਤ ਦੀ ਰਕਮ ਇਕੱਠੀ ਕਰਕੇ ਇੱਕ ਬੜੀ ਸੁੰਦਰ ਮਸਮੀਨੇ ਦੀ ਚਾਂਦਨੀ ਬਣਵਾ ਕੇ ਗੁਰੂ ਜੀ ਵਾਸਤੇ ਲੈ ਕੇ ਅਨੰਦਪੁਰ ਹਾਜ਼ਰ ਹੋਇਆ। ਗੁਰੂ ਜੀ ਅਤੇ ਸਿੱਖ ਸੰਗਤਾਂ ਇਸ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਈਆਂ। ਸ਼ਾਮ ਦੇ ਰਾਜੇ ਰਾਮ ਰਾਏ ਦੇ ਘਰ ਜਿਹੜਾ ਲੜਕਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵਰ ਕਰਕੇ ਹੋਇਆ ਸੀ, ਉਸ ਨੂੰ ਸਿਆਣੇ ਹੋ ਕੇ ਜਦ ਆਪਣੀ ਮਾਤਾ ਤੋਂ ਪਤਾ ਲੱਗਾ ਕਿ ਉਹ ਗੁਰੂ ਜੀ ਦੇ ਵਰਦਾਨ ਕਰਕੇ ਪੈਦਾ ਹੋਇਆ ਸੀ, ਤਾਂ ਉਹ ਆਪਣੀ ਮਾਤਾ ਸਹਿਤ ਕੁਛ ਬਹੁਮੂਲੀਆਂ ਭੇਟਾਂ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਇਆ। ਇੱਕ ਪ੍ਰਸ਼ਾਦੀ ਹਾਥੀ, ਜਿਸ ਦਾ ਕੱਦ ਛੋਟਾ ਸੀ, ਮੱਥੇ ਵਿੱਚ ਰੋਟੀ ਜਿਤਨਾ ਚਿੱਟਾ ਨਿਸ਼ਾਨ, ਸੁੰਡ ਦੀ ਨੋਕ ਤੋਂ ਲੈ ਕੇ ਪਿੱਠ ਦੇ ਉੱਪਰੋਂ ਦੀ ਪੂਛ ਦੀ ਨੋਕ ਤੱਕ ਚਿੱਟੀ ਲਕੀਰ ਅਤੇ ਹੋਰ ਸਰੀਰ ਦਾ ਰੰਗ ਕਾਲਾ ਸੀ। ਇਹ ਹਾਥੀ ਬਹੁਤ ਸਿਖਾਇਆ ਹੋਇਆ ਸੀ, ਜੈਸਾ ਕਿ ਗੁਰੂ ਜੀ ਦੇ ਚਰਨ ਧੋਣੇ, ਸਿਰ ਤੇ ਚੋਰ ਕਰਨਾ। ਇੱਕ 5 ਕਲਾ ਸ਼ਸਤਰ, ਜਿਸ ਵਿੱਚੋਂ ਕਲਾ ਦੱਬਣ ਨਾਲ, ਵਰਛੀ ਕਟਾਰ,
ਤਮਾਚਾ ਤਲਵਾਰ ਅਤੇ ਨੇਜਾ 5 ਸ਼ਸਤਰ ਬਾਰੀ-ਬਾਰੀ ਨਿਕਲ ਆਉਂਦੇ ਸਨ। ਇੱਕ ਚੰਦਨ ਦੀ ਚੌਂਕੀ, ਜਿਸ ਦੀ ਕਲਾ ਦੱਬਣ ਨਾਲ 4 ਪੁਤਲੀਆਂ ਨਿਕਲ ਕੇ ਖੜੀਆਂ ਹੋ ਜਾਂਦੀਆਂ ਸਨ। ਇੱਕ ਜਾਮ ਕਟੋਰਾ, ਜਿਸ ਵਿੱਚੋਂ ਪ੍ਰਿਥਵੀ ਅਤੇ ਆਕਾਸ਼ ਦੇ ਨਕਸ਼ੇ ਰੰਗਾ ਰੰਗ ਦੇ ਦਿਸਦੇ ਸਨ। ਸਮੁੱਚੇ ਮੋਤੀਆਂ ਦੀ ਇੱਕ ਮਾਲਾ, 5 ਬਹੁਮੁੱਲੇ ਘੋੜੇ ਸਾਜ ਸਮਾਨ ਸਹਿਤ, ਜੜਾਊ ਕੰਗਣ ਅਤੇ ਬਹੁਮੁੱਲੇ ਵਸਤਰੂ। ਰਾਜੇ ਦੀਆਂ ਇਹਨਾਂ ਅਦੁੱਤੀ ਚੀਜ਼ਾਂ ਦੀ ਭੇਟਾ ਵੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਰਾਜ ਭਾਗ ਦੀਆਂ ਖੁਸ਼ੀਆਂ ਬਖਸ਼ੀਆਂ।